सतनाम श्री वाहिगुरु जी। सतनाम श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जोगाद सच है भी सच नानक होसी भी सच। सजन सच्चा पातशाह सिर सांद साह जिस पास बैठिया सोहिए सबना दा सतनाम श्री वाहिगुरु साहिब जीओ। टोडी महला पंजवा। हर हर चरना हृदय तारे सिमर सुवामी सतगुर अपना कारज सफल हमारे। हर हर चरण हृदय तारे। वाहिगुरु जी का खालसा वाहिगुरु जी की फतेह। कोट ब्रह्मंडा दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। उच्चारण करो सतनाम श्री वाहिगुरु जी। सतनाम श्री वाहिगुरु साहिब जीओ। टोडी महला पंजवा। टोडी रागनी दे विच सतगुरु पंजवें पातशाह शहीदां दे सरताज शांति दे सोमे गुरबाणी दे रचनहार धन धन श्री गुरु अर्जन देव साहिब जी महाराज शोभामन फुरमान करदे हन। हर हर चरण हृदय तारे। हे भाई असीं जनां ने
ਸਾਰੇ ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਦੇ ਨਾਮ ਰੂਪ ਚਰਨ ਜਾਂ ਚਰਨ ਕਮਲ, ਜੋ ਕਮਲ ਦੀ ਵੱਤ ਨਿਰਲੇਪ ਰੱਖਣ ਵਾਲੇ ਨੇ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਇਹ ਹਿਰਦੇ ਦੇ ਵਿੱਚ ਧਾਰਨ ਕੀਤੇ, ਭਾਵ ਹਿਰਦੇ ਵਿੱਚ ਵਸਾਉਣਾ ਕੀਤੇ ਹਨ। ਜੋ ਚਿੱਤ ਚਰਨ ਨਾਮ, ਨਾਮ ਰੂਪੀ ਚਰਨ ਹਨ। ਹਿਰਦੇ ਚਰਨ ਸ਼ਬਦ ਸਤਿਗੁਰੂ ਕੋ, ਜੋ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ, ਜੋ ਉਪਦੇਸ਼ ਮਹਾਰਾਜ ਸਾਹਿਬ ਦਾ, ਇਹ ਕਮਲ ਦੀ ਤਰ੍ਹਾਂ ਸੰਸਾਰ ਦੇ ਮੋਹ ਮਾਇਆ ਤੋਂ ਨਿਰਲੇਪ ਰੱਖਣੇ ਵਾਲਾ ਹੈ। ਐਸੇ ਬਾਣੀ ਅਤੇ ਨਾਮ ਰੂਪ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਪਾਤਸ਼ਾਹ ਦਾ ਬਚਨ ਹੈ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਧਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾ ਵਿਆ, ਦਿਸਣ ਸਭੇ ਸ਼ਾਰ, ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਦੇ ਮਹੀਨੇ ਵਿੱਚ ਉਹੀ ਇਸਤਰੀ ਸਹਿਤ ਰਸਾਂ ਦੀ ਹੈ, ਜਿਸ ਦਾ ਕਿ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ। ਸੋ ਅਸਾਂ ਨੇ ਸਾਰੇ ਪਾਪਾਂ ਦੇ ਨਾਸ਼ ਕਰਨੇ ਵਾਲੇ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ, ਵਸਾਉਣਾ ਕੀਤਾ ਹੈ। ਸਿਮਰ ਸੁਆਮੀ ਸਤਿਗੁਰ ਆਪਣਾ, ਜਦ ਆਪ ਦਾ ਜਾਣ ਕੇ ਸਤਿਗੁਰੂ ਮਾਲਕ ਨੂੰ ਸਿਮਰਿਆ, ਭਾਵ ਯਾਦ ਕੀਤਾ, ਕਾਰਜ ਸਫਲ ਹਮਾਰੇ, ਤਾਂ ਸਾਡੇ ਸਾਰੇ ਵਿਵਹਾਰਕ ਪਰਮਾਰਥਕ ਜਿਹੜੇ ਕਾਰਜ ਕੰਮ ਸਨ ਉਹ ਸਹਿਤ ਗਿਆਨ ਫਲ ਦੇ ਕਰ ਦਿੱਤੇ, ਪਰ ਮਹਾਰਾਜ ਨੇ ਪੂਰੇ ਕਰ ਦਿੱਤੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਆਪ ਖੁਦ ਵਾਹਿਗੁਰੂ ਜੀ ਸਹਾਈ ਹੋਏ ਨੇ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਤੇ ਸਾਰੇ ਕਾਰਜਾਂ ਨੂੰ ਵਿਘਨ ਕੋ ਲਾਗਤਾ, ਗੁਰ ਪੈ ਅਰਦਾਸ ਨਿਰਵਿਘਨ ਸੰਪੂਰਨ ਕਰ ਦਿੱਤੇ ਹਨ। ਕੋਈ ਕੰਮ ਅਧੂਰਾ ਰਿਹਾ ਹੀ ਨਹੀਂ। ਜਨ ਕੇ ਪੂਰਨ ਹੋਏ ਕਾਮ। ਸੰਤਾਂ ਭਗਤਾਂ ਸੇਵਕਾਂ ਦੇ ਕਿਹੜੇ ਕੰਮ ਨੇ? ਉਹਨਾਂ ਦਾ ਇਹ ਕੰਮ ਨਹੀਂ ਵੀ ਮੱਝ ਨਹੀਂ ਮਿਲਦੀ ਅਤੇ ਜਾਂ ਆਹ ਚੀਜ਼ ਜਾਂ ਉਹ ਚੀਜ਼, ਦੁਨਿਆਵੀ ਕੋਈ ਕਾਮਨਾ ਨਹੀਂ ਹੈ। ਉਹਨਾਂ ਦਾ ਕੰਮ ਹੈ ਕਿ ਜਦ ਵੀ ਭਗਤੀ ਦੇ ਵਿੱਚ ਬੈਠੀਏ, ਨਿਤਨੇਮ ਦੇ ਵਿੱਚ ਲੀਨ ਹੋਈਏ, ਤਾਂ ਉਸ ਵਕਤ ਜਿਹੜਾ ਕਾਮ ਦਾ ਫੁਰਨਾ ਹੈ ਉਹ ਤੰਗ ਨਾ ਕਰੇ, ਮਨ ਵਿੱਚ ਕ੍ਰੋਧ ਨਾ ਆਵੇ, ਲੋਭ ਲਾਲਚ ਨਾ ਹੋਵੇ, ਮੋਹ ਨਾ ਆਵੇ, ਹੰਕਾਰ ਤੋਂ ਰਹਿਤ ਹੋਈਏ, ਮਨ ਤੋਂ ਮਤ ਮਾਨ ਕਰ, ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਸੋ ਅਸੀਂ ਨਿਮਾਣੇ ਹੋ ਕੇ ਰਹੀਏ। ਐਸਾ ਜੋ ਵਿਕਾਰਾਂ ਦਾ ਵਿਘਨ ਹੈ ਉਹ ਖਤਮ ਹੋ ਜਾਏ। ਇਹ ਉਹਨਾਂ ਦੇ ਮਨ ਦਾ ਫੁਰਨਾ, ਉਹਨਾਂ ਦੇ ਕੰਮ ਹਨ ਕਿ ਭਗਤੀ ਦੇ ਵਿੱਚ ਜੋ ਵਿਕਾਰ ਵਿਘਨ ਪਾਉਣ ਵਾਲੇ ਨੇ ਇਹ ਨਾਸ਼ ਹੋ ਜਾਣ। ਸੋ ਸੰਤਾਂ ਦਾ ਜੋ ਭਗਤੀ ਵਾਲਾ ਕੰਮ ਹੈ
ਇਹ ਵਾਹਿਗੁਰੂ ਨੇ ਨਿਰਵਿਘਨ ਸਿਰੇ ਚਾੜ ਦਿੱਤਾ, ਸੁਤੇ ਸਿਧੀ ਪੂਰਾ ਕਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪੁੰਨ ਦਾਨ ਪੂਜਾ ਪਰਮੇਸ਼ਰ, ਅਸੀਂ ਜੋ ਹਰੀ ਪਰਮੇਸ਼ਰ ਦਾ ਹਰ ਕੀਰਤ ਤਤ ਵਿਚਾਰੇ, ਕੀਰਤਨ ਕਰਨ ਦਾ ਸਿਧਾਂਤ ਵਿਚਾਰਿਆ, ਜਾਂ ਪਰਮੇਸ਼ਰ ਦਾ ਕੀਰਤਨ ਕਰਕੇ ਤਤ ਸਰੂਪ ਦਾ ਵਿਚਾਰ ਕੀਤਾ ਹੈ। ਇਸੇ ਨੂੰ ਹੀ ਅਸੀਂ ਪੁਰਬ ਸਮੇਂ ਕੀਤਾ ਪੁੰਨ, ਸੁਤੇ ਸਿੱਧ ਕੀਤਾ ਦਾਨ ਅਤੇ ਪਰਮੇਸ਼ਰ ਦੀ ਪੂਜਾ ਆਦਿਕ ਸ਼ੁਭ ਕਰਮ ਨਿਸ਼ਚੈ ਕੀਤਾ ਹੈ। ਗੁਣ ਗਾਵਤ ਅਤੁਲ ਸੁਖ ਪਾਇਆ, ਮਹਾਰਾਜ ਜੀ ਦੇ ਗੁਣ ਗਾਉਂਦਿਆਂ ਅਸੀਂ ਤੋਲਣ ਤੋਂ ਰਹਿਤ ਆਤਮਿਕ ਸੁਖ ਪਾਇਆ ਹੈ। ਠਾਕਰ ਅਗਮ ਅਪਾਰੇ, ਜੋ ਅਗਮ ਮਨ ਬਾਣੀ ਦੀ ਗਮਤਾ ਤੋਂ ਪਰੇ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਮਾਲਕ ਪਰਮੇਸ਼ਰ ਹੈ। ਉਸ ਦੇ ਗੁਣ ਗਾਉਂਦਿਆਂ ਅਸੀਂ ਤੋਲਣ ਤੋਂ ਰਹਿਤ ਸੁਖ ਪ੍ਰਾਪਤ ਕੀਤਾ ਹੈ। ਜੋ ਬੁੱਧੀ ਰੂਪ ਤਕੜੀ ਦੇ ਨਾਲ ਸ਼ਾਸਤਰ ਪ੍ਰਮਾਣ ਰੂਪ ਵੱਟੇ ਪਾ ਕੇ ਤੋਲਣ ਦੇ ਵਿੱਚ ਨਹੀਂ ਆਉਂਦਾ ਹੈ। ਤੂੰ ਜਾਨਾ ਪਾਰ ਬ੍ਰਹਮ ਆਪਣੇ ਕੀਨੇ, ਜਿਹੜੇ ਭਗਤ ਜਨ ਪਰਮੇਸ਼ਰ ਨੇ ਆਪ ਦੇ ਸੇਵਕ ਬਣਾਉਣਾ ਕੀਤੇ ਹਨ, ਤਿਨ ਕਾ ਬਾਹੁਰ ਕਾਸ਼ ਨਾ ਵਿਚਾਰੇ, ਤਿਨਾਂ ਦਾ ਮੁੜ ਪੁੰਨਾ ਪਾਪਾ ਔਗਣ ਆਦਿਕਾਂ ਦਾ ਕੁਝ ਵੀ ਵਿਚਾਰਨਾ ਨਹੀਂ ਕੀਤਾ। ਨਾਮ ਰਤਨ ਸੁਨ ਜਪ ਜਪ ਜੀਵਾ, ਸੋ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਇਹ ਅਮੋਲਕ ਰਤਨ ਮਾਨਕ, ਸੋ ਮੁੱਲ ਦੇ ਕੇ ਖਰੀਦਿਆ ਨਹੀਂ ਜਾ ਸਕਦਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣਦੋ। ਮਹਾਰਾਜ ਜੀ ਦਾ ਜਿਹੜਾ ਅੰਮ੍ਰਿਤ ਨਾਮ ਅਮੋਲਕ ਮਾਨਕ ਤੇ ਰਤਨਾਂ ਦੇ ਨਾਲੋਂ ਵੀ ਵੱਧ ਕੇ ਹੈ, ਉਹ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਕੇ ਪ੍ਰੀਤੀ ਰੂਪ ਰਸਨਾ ਨਾਲ ਜਪ ਜਪ ਕੇ ਅਸੀਂ ਜਿਉਂਦੇ ਹਾਂ। ਹਰ ਨਾਨਕ ਕੰਠ ਮਝਾਰੇ, ਅਤੇ ਹਰੀ ਪਰਮੇਸ਼ਰ ਦਾ ਨਾਮ ਰੂਪ ਗਹਿਣਾ ਹੀ ਹਿਰਦੇ ਰੂਪ ਗਲੇ ਦੇ ਵਿੱਚ ਆਸਾ ਨੇ ਧਾਰਨ ਕੀਤਾ ਹੋਇਆ ਹੈ। ਢੋਡੀ ਮਹਲਾ ਨਵਾ, ਨਾਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਟੋਡੀ ਰਾਗਣੀ ਦੇ ਵਿੱਚ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ, ਉਸ ਤੋਂ ਬਾਅਦ ਜਗਿਆਸੂ ਮੁਖ ਦੁਆਰਾ ਬੇਨਤੀ ਕਰਦੇ, ਇੰਜ ਬੇਨਤੀ ਕਰ। ਇੱਕੋ ਓੰਕਾਰ ਅਦਵੈਤ ਸਰੂਪ ਜੋ ਇੱਕ ਅਦੁੱਤੀ ਬ੍ਰਹਮ ਹੈ, ਸਤਿਗੁਰ ਪ੍ਰਸਾਦ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਕਹੋ ਕਹਾਂ ਆਪਣੀ ਅਦਮਾਈ, ਹੇ ਗੁਰੂ ਸਾਹਿਬ, ਹੇ ਵਾਹਿਗੁਰੂ ਜੀ, ਮੈਂ ਆਪਣੀ ਨੀਚਤਾਈ ਕਿੱਥੋਂ ਤੱਕ ਕਹਿ ਕੇ ਤੁਹਾਨੂੰ ਸੁਣਾਵਾਂ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਹੇ ਮੇਰੇ ਰਾਮ ਮੇਰੇ ਐਸੇ ਨੀਚ ਕਰਮ ਹਨ। ਗੁਣਵੰਤਾ ਹਰ ਹਰ ਦਇਆਲ, ਤੂੰ ਗੁਣਾ ਵਾਲਾ ਹਰੀ ਅਕਾਲ ਪੁਰਖ ਦਿਆਲੂ ਹੈ। ਕਰ ਕਿਰਪਾ ਬਖਸ਼ੇ ਅਵਗਣ ਸਭ ਮੇਰੇ,
ਕਿਰਪਾ ਕਰਕੇ ਮੇਰੇ ਸਾਰੇ ਔਗੁਣਾਂ ਨੂੰ ਬਖਸ਼ ਲੈ। ਹੇ ਮਹਾਰਾਜ, किश रूप नहीं किश जात नहीं किश ढंग न मेरा, क्या मूल है बोले गुण में होण, नाम जपिया ना तेरा। मेरे विच कोई भी गुण नहीं है, तू समर्थ वड्डा मेरी मत तोरी राम, तू सर्व कला समर्थ है। मेरी बुद्धि बड़ी तुच्छ है जिहदे विच कोई भी गुण नहीं, पर पल अकिरत कण पूਰਨ दृष्ट तेरी राम। अकिरत कणा नूं पालदा प्रभ नानक सद बख्शिंद, तो अकिरत कणा दी भी पालना करदा है। ऐसा तू बख्शिंद पिता सच्चा पातशाह सच्चा वाहिगुरु है। सूरठ महला पंजवा। हम मैले तुम उजल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन, निको ठाकुर देसा रहाओ। तुम सब साजे साज निवाजे, जियो पिंड दे प्राणा। निर्गुणी यारे गुण नहीं कोई, ਅਸੀਂ ਔਗਣਾਂ ਦੇ ਵਿਕਾਰਾਂ ਦੇ ਭਰੇ ਹੋਏ ਹਾਂ। ਸਹੁੰ ਖਾਣ ਜਿੰਨਾ ਇੱਕ ਵੀ ਗੁਣ ਨਹੀਂ ਹੈ, ਕਿਉਂਕਿ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਬਾਣੀ ਵੀ ਬਥੇਰੀ ਪੜ੍ਹੀ ਦੀ ਹੈ, ਜਿੰਨਾ ਕੁ ਜ਼ੋਰ ਹੈ ਸਾਰੇ ਲਾਉਂਦੇ ਨੇ। ਸੇਵਾ ਵੀ ਵਿੱਤੋਂ ਵੱਧ ਕਰੀ ਦੀ ਹੈ, ਪਰ ਕਰੀਏ ਤੇ ਕਰੀਏ ਕੀ? ਔਗਣਾਂ ਦੇ ਨਾਲ ਸਭ ਕੁਝ ਵੇਸਟ ਹੋਈ ਜਾ ਰਿਹਾ ਹੈ। 5 ਮਿੰਟ ਕ੍ਰੋਧ ਹੋ ਗਿਆ ਤਾਂ 8 ਘੰਟਿਆਂ ਦੀ ਸ਼ਾਂਤੀ ਭੰਗ ਹੋ ਗਈ। ਕੋਈ ਮਾੜਾ ਮੋਟਾ ਗਲਤ ਫੁਰਨਾ ਆ ਗਿਆ। ਨਵੇਂ ਪਾਤਸ਼ਾਹ ਨੇ ਇੱਥੋਂ ਤੱਕ ਲਿਖਿਆ ਹੈ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਤੇ ਜਿਉਂ ਕੁੰਜਰ ਇਸ਼ਨਾਨ। ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਸਭ ਫਜ਼ੂਲ ਚਲਾ ਗਿਆ। ਜੇ ਮਨ ਦੇ ਵਿੱਚ ਥੋੜ੍ਹਾ ਜਿਹਾ ਵੀ ਹੰਕਾਰ ਆ ਗਿਆ, ਇਹ ਵਿਕਾਰੀ ਔਗਣ ਹਨ। ਸਭ ਔਗਣ मैं गुण नहीं कोई, क्यों कर कंत मिलावा होई। ना मैं रूप ना बंके नैना, ना कुल ढंग ना मीठे बैना। सहज सिगार कामन कर आवे। ये सच्चे पातशाह शांति का शुभ गुणों का श्रृंगार ਅਸੀਂ ਆਪਣੇ ਅੰਤःਕਰਨ ਨੂੰ ਲਾਇਆ ਨਹੀਂ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਸੀਂ ਸਾਨੂੰ ਗੁਣਾਂ ਦਾ ਦਾਨ ਦਿਓ ਜੀ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕੀਤੇ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਉਹਨੂੰ ਭਗਤੀ ਕਹਿੰਦੇ ਨਹੀਂ ਜਿਹੜੀ ਗੁਣ ਧਾਰਨ ਕੀਤੇ ਤੋਂ ਬਗੈਰ ਹੋਵੇ। तुम निधान, तुसी शुभ गुणा के खजाने हो। तेरे कमण कमण गुण कह कह गावा, तो साहिब गुणी निधाना। मैं केड़ा केड़ा गुण तेरा कथन करा, तू मालक गुणा का खजाना है। तू साहिब गुणी निधाना, तुमरी महिमा वर न सको। मैं आपकी महिमा
हमरी जेबा एक प्रभ हर के गुणागम अथा, हम क्यों कर जपे आणिया, तू वड पुरख अगम अगा। एक जबान दे नाल असी नहीं कह सकते हे महाराज तुम निधान अटल सुल्तान, जिय जंत सब जाचै, कहो नानक हम यह हवाला, राख संतन कै पाछै। गुणां दी गुथली ब्रह्म ज्ञानी संतां दे चरनां पिछे सानू भी किरपा करके बख्श ला। असी अपनी नीचताई जो असी नीच कर्म करते हाँ, ये कित्थों तक महाराज तैनू कह के सुनाइए। और जियो कनक कामनी के रासा। अपना ये सवाल हुंदा है कि जी बाणी दा पाठ तां असीं करदे हां पर सानू रस नहीं आउंदा, कथा कीर्तन सुनते हां पर मन नहीं टिकदा, रस नहीं आउंदा, इउं अवस्था नहीं बनी है। तो पातशाह कहते ने कबीर साहब की रसना द्वारा, यह रस छड्ड ओह रस आवा। आ जिहड़ा दुनियावी रस है, किहड़ा रस है? रस सोयना, रस रूपा कामण, रस परमल की वास, रस घोड़े, रस सीजा मंदर, रस मीठा, रस मास, इते रस शरीर के कह घट नाम निवास। अजे जिहड़ी जबान है वो मीट खाणों भी नहीं हटी, शराब पीणों नहीं हटी, इन्ना ही जबान नूं रोक नहीं सके, रसां दे विच खाण पीण दे विच मस्त हो रही है। तो जिस जबान दे नाल मीट मुर्गे का स्वाद लिया, शराबां आदि नशियां का स्वाद लिया, वो जबान दे नाल जपजी साहिब का रस कित्थों आएगा? तुसीं आप सियाणे हो, दोवें गल्लां थोड़े हो सकदियां ने भी बाणी का रस भी आई जाए तो नाम का रस भी तो विषय रस भी आपां भोगी जाइए। दोने चीज़ां इकट्ठियां नहीं चलदियां, रस इक्को ही आऊगा, जिहड़ा मर्जी लै ले महाराज। और जियो कनक कामनी के रस, जिहड़ा मेरा मन है सोना आदि कीमती पदार्थों की प्राप्ति वास्ते ते कामनी इस्त्री दे नाल विकार भोगण के रास्ते विच फसिया रहिंदा है। सतगुरु जी का हुक्म है, पर तेरे रूप न पीखै नेत्र, साध की टहल संत संग हेत। इत्थे कनक कामनी का मतलब पर इस्त्री है। रहतनामिਆਂ ਦੇ ਵਿੱਚ सतगुरु जी का वचन है कि भाई ਜਿਹੜੀਆਂ चार वजर करैतां ने, ਜਿਹੜਾ ਪਰਾਏ ਦਾ ਸੰਗ ਹੈ, ਇਹ ਸਭ ਤੋਂ ਵੱਡੀ ਵਜਰ ਕਰੈਤ ਹੈ, ਜਿਹਦੇ ਨਾਲ ਸਾਰਾ ਜਪ ਤਪ ਨਾਸ ਹੋ ਜਾਂਦਾ। ਇਹ ਤੋਂ ਬਚ ਕੇ ਰਹਿਣਾ। भाई गुरदास जी ने भी लिखिया, पर बेटी को बेटी जान, पर स्त्री को मात बखान। पराई दी बेटी नूं आप दी बेटी जाने, पराई दी स्त्री नूं अपनी माता समान समझे। सरदार हरी सिंह नलूआ जरनैल जद उन्हें अफगानिस्तान दे विच जमराव के किले ते कब्जा किया तो एक पठान बीबी पुत्र की इच्छा लैके विकारी भावना सरदार दे कोल लैके आई। तो सरदार ने उहदी मंग नूं ठुकरा दिता, आख्या भी मैं कलगियां वाले पातशाह श्री गुरु गोबिंद सिंह दा सिंह हाँ। तो गुरु साहब ने इन्हां गल्लां तो सानू रोकिया है। उन्हें आखिया भी मैं तो ये सुनिया
कि सरदार हरी सिंह नलूआ ये बड़ा विशाल दिल वाला है, ये किसी को खाली नहीं मोड़दा। सिख दे दर तो मैं खाली जा रही हाँ तो मेरी भावना पूरी नहीं हो रही। कहंदा ठहर जा, आ मैं तेरी भावना पूरी करा। तैनू पुत्र चाहिदा? कहंदी हाँ मैनू पुत्र चाहिदा। उन्होंने मोढियां तो फड़िया ते पलंगे ते बिठाया, बिठा के उहदे पैरीं हथ लाए, मत्था टेकिया, आख्या तू मेरी माँ है। साडे गुरु का हुक्म है भी इंज समझना है। वेख जरूरी नहीं भी आपदे अपने घर सपुत्र ही होवे, जां जे हो भी जाए तो की पता वो मेरे वर्गा सो रंग रूप वाला ते तेरे वर्गी बुद्धि वाला होवे, उहदे च ओहो जे गुण होण ही ना जो आपां चाहुंदे आ। ते जे तैनू मैं ही पसंद हाँ, तैनू पुत्र ही चाहिदा, किन्ना चंगा होवे तो मैनू अपना ही पुत्र समझ ला, मैनू ही पुत्र बना ला। इंज कह के उहदे वल किरपा भरी निगाह पाई। ये वेव्स होंदियां ने, जब तुसीं किसी वल वेखदे हो तां उन्हां दे उपर जो तुहाडी भावना है वेखण दी, वो जिहड़ियां वेव्स ने असर करदियां ने। जे सच्ची सुच्ची भावना दे नाल वेखांगे घर दे विच भी तां आपां भैण भरा सारे इकट्ठे रहिंदे आ, पर मजाल है किते मन विगड़ जाए। इंज सारे संसार नूं ही अपना परिवार बना लईए। वेखण तो नहीं महाराज ने रोकिया, अखां दा कोई बंद कर ही नहीं सकदा, वेखना तो पऊगा। पर जिहड़ी दृष्टि है इसका दृष्टिकोण बदलना है, अपनियां भावनावां शुद्ध करनियां ने। सरदार ने शुद्ध भावना दे नाल उस वल वेखिया, निगाह भर के उत्ते कृपा कर दी, उहदा मन शांत हो गया। आख्या वाह गुरु ते वाह गुरु दे सिख, ये महाराज असी तां अजे ये अवगण ही नहीं त्यागया, फिर फायदा की होगा गुरु घर दा? आप दे नाम जपे दा की लाभ होगा? पहली वाही भी बथेरी वरी ढीमा ढूमा मेटियां, सुहागा सुहागा मार के फिर पानी मिलाया, ऐ नरम करके सारा कुछ वत्तर आई तो पैली बीजी भी, उग भी पई, खड़ी भी हो गई, फल भी लग गया। ते पर कई बार बहुती बारिश पैण दो या बहुता पानी लाउण दो पानी च भी खेती मर जाती है। इवें बहुते पानी विच मरी खेती जिहड़ी है वो किसी भी तरीके नाल हरी नहीं हो सकती। इंज मेरा मन जिहड़ा नास्तिक होया है, जिन्हों तां ना समझ होवे उन्हों तां समझाया समझ आ सकती है, पर जिहड़ा समझदार हो के गुणी ज्ञानी हो के रावण वांग किसी बगाने घर दे विच जाके अवगण करता है तो फिर उहदा कोई भी बचा नहीं, उन्होंने कोई समझाउण वाला नहीं है। ये महाराज मेरा मन कनक कामनी के रस, सोने रंगी सुंदर इस्त्री दे नाल विचार करन दे रस दे विच उलझिया फसिया रहिंदा है। रहाओ नह कीरत नह कीरत प्रभ गाई। मैं कदे भी परमेश्वर दी कीर्तन भगती नहीं गाई। अजकल दे गायकां नूं इक्को ही काम है, वो लच्चर गायकी का सहारा लैके प्रसिद्ध होना चाहते हैं। इस्त्री दे ही गुण गाई जाते ने, गाउंदा बंदा होगा। मैं कई बार वेख के बड़ा सोचता हुंदा ये मूर्ख, इन्हां नूं कोई समझाउण वाला नहीं। वो गीत गाना तो होर ही तरह का, गाउंदा बंदा होगा
ਤੇ ਨਚਾਈ ਜਾਣਗੇ ਸਾਡੀਆਂ ਭੈਣਾਂ ਨੂੰ ਚਾਰ ਚੁਫੇਰੇ। ਕਿਸੇ ਨੇ ਆਪਦੀ ਕੰਪਨੀ ਦੀ ਮਸ਼ਹੂਰੀ ਕਰਨੀ ਹੈ ਤੇ ਬੀਬੀਆਂ ਭੈਣਾਂ ਦੀਆਂ ਫੋਟੋਆਂ ਦਾ ਸਹਾਰਾ ਲੈਣਗੇ। ਵਸਤਰ ਪਾਈਦੇ ਨੇ ਤਨ ਨੂੰ ਕੱਜਣ ਵਾਸਤੇ ਵੀ ਇੱਜ਼ਤ ਬਣੇ। ਵਸਤਰਾਂ ਤੋਂ ਬਗੈਰ ਸੁੰਦਰਤਾ ਅਧੂਰੀ ਹੈ। ਤੇ ਪਰ ਵਸਤਰ ਹੋਣਗੇ ਜਿਹਦੇ ਨਾਲ ਅੱਧਾ ਸਰੀਰ ਨੰਗਾ ਹੋਊਗਾ, ਅੱਧਾ ਕੱਜਿਆ ਹੋਊਗਾ। ਕੰਪਨੀ ਦੀ ਮਸ਼ਹੂਰੀ ਤਾਂ ਹੁੰਦੀ ਹੈ। ਇਹ ਲੋਕਾਂ ਦਾ ਦਿਮਾਗ ਪੁੱਠਾ ਘੁੰਮਿਆ ਹੋਇਆ ਵੀ ਗਾਣਾ ਤਾਂ ਚੱਲੂਗਾ ਜੇ ਬੀਬੀਆਂ ਭੈਣਾਂ ਨੱਚਣਗੀਆਂ, ਅਤੇ ਕੰਪਨੀ ਵੀ ਤਾਂ ਚੱਲੂਗੀ ਜੇ ਉੱਥੇ ਮਾਈ ਬੀਬੀ ਕਿਸੇ ਭੈਣ ਦੀ ਫੋਟੋ ਲਾਊਗਾ। ਇਹ ਪੁੱਠਾ ਦਿਮਾਗ ਘੁੰਮਿਆ ਹੋਇਆ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਜਿਹੜਾ ਕੀਰਤਨ ਹੈ ਗਾਉਣਾ ਤਾਂ ਰੱਬ ਦਾ ਚਾਹੀਦਾ ਅਤੇ ਲੋਕ ਬੀਬੀਆਂ ਦਾ ਕੀਰਤਨ ਗਾਈ ਜਾਂਦੇ। ਮਾਫ਼ ਕਰਨਾ, ਇਹੀ ਕੁਛ ਹੋ ਰਿਹਾ। ਸੋ ਜਿਹੜੀ ਗਾਇਕੀ ਹੈ ਬੜੀ ਸਾਫ ਸੁਥਰੀ ਅਤੇ ਸੱਚੀ ਸੁੱਚੀ ਹੋਣੀ ਚਾਹੀਦੀ ਹੈ, ਸਮਾਜ ਦੇ ਭਲੇ ਵਾਲੀ ਹੋਣੀ ਚਾਹੀਦੀ ਹੈ। ਤੋ ਇੰਝ ਇਹ ਮਹਾਰਾਜ ਮੈਂ ਆਪਦੀ ਕੀਰਤਨ ਭਗਤੀ ਨੂੰ ਛੱਡ ਦਿੱਤਾ ਹੋਇਆ ਹੈ ਅਤੇ ਦੁਨੀਆ ਦਾ ਕੀਰਤਨ ਗਾਈ ਜਾ ਰਹੇ ਹਾਂ। ਸਾਡੇ ਕਲਾਸ ਵਾਲੇ ਬੰਦੇ ਵੀ ਢਾਡੀ ਤਾਂ ਮਹਾਰਾਜ ਨੇ ਬਣਾਈ ਸੀ ਰੱਬ ਦੀ ਉਸਤਤੀ ਵਾਲੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਮੈਂ ਢਾਡੀ ਹਾਂ ਪਰਮਾਤਮਾ ਦਾ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਸਭ ਤੋਂ ਵੱਡੇ ਢਾਡੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਦੁਆਰਾ ਰੱਬ ਦੀ ਸਿਫਤ ਗਾਈ ਹੈ। ਪਰ ਅੱਜ ਕੱਲ੍ਹ ਦੇ ਢਾਡੀ ਕੋਈ ਮਾਂ ਗਾਈ ਜਾਂਦਾ, ਕੋਈ ਪੁੱਤ ਗਾਈ ਜਾਂਦਾ, ਕੋਈ ਭੈਣ ਭਰਾ ਰੱਖੜੀ ਗਾਈ ਜਾਂਦਾ, ਕੋਈ ਸਮਾਜ ਦੀਆਂ ਸਟੋਰੀਆਂ ਜੋ ਕੁਛ ਵੇਖਦੇ ਨੇ ਫਿਲਮਾਂ ਦੀ ਤਰ੍ਹਾਂ ਉਹ ਤਰ੍ਹਾਂ ਗਾਉਣ ਵਜਾਉਣ ਹੋ ਰਿਹਾ। ਗੁਰੂ ਦੀ ਸਿਫਤ ਅਤੇ ਰੱਬ ਦੀ ਸਿਫਤ, ਜੰਗਾਂ ਜੁੱਧਾਂ ਦੇ ਪ੍ਰਸੰਗ ਛੱਡ ਕੇ, ਸੂਰਮਿਆਂ ਦੀ ਮਹਿਮਾ ਛੱਡ ਕੇ ਦੁਨੀਆ ਦੀ ਮਹਿਮਾ ਗਾਉਣ ਦੇ ਵਿੱਚ ਲੱਗੇ ਹੋਏ ਹਨ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਕੀਰਤਨ ਭਗਤੀ ਸਾਨੂੰ ਭੁੱਲ ਗਈ ਹੈ। ਬੋਲਣ ਵਾਲੇ ਵੀ ਅਤੇ ਗਾਉਣ ਵਾਲੇ ਵੀ। ਜਿੰਨਾ ਚਿਰ ਦੁਨੀਆ ਦਾ ਜਸ ਨਾ ਗਾਉਣ ਉਹਨਾਂ ਚਿਰ ਦੁਨੀਆ ਮੰਨਦੀ ਵੀ ਨਹੀਂ। ਇਹ ਮਹਾਰਾਜ ਅਸੀਂ ਤਾਂ ਲੋਕਾਂ ਦਾ ਕੀਰਤਨ ਕਰਦੇ ਹਾਂ, ਪ੍ਰਭੂ ਦਾ ਕੀਰਤਨ ਮਹਾਰਾਜ ਦੀ ਭਗਤੀ ਅਸੀਂ ਕਦੀ ਵੀ ਨਹੀਂ ਕੀਤੀ। ਅਸੀਂ ਤਾਂ ਮਤਲਬ ਦੇ ਭਾਈਵਾਲ ਹਾਂ। ਜਿੱਥੋਂ ਮਤਲਬ ਹੁੰਦਾ ਉਹਦੀ ਵਾਹ ਵਾਹ, ਅਤੇ ਇਹ ਤਾਂ ਇੱਕ ਬਹਾਨਾ ਹੈ। ਇਸ ਵਾਸਤੇ ਇਹ ਸੱਚੇ ਪਾਤਸ਼ਾਹ ਐਸੀ ਸਾਡੇ ਵਿੱਚ ਔਗਣ ਹਨ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਇਹੀ ਨੀਚਤਾਈ ਵਾਲੀਆਂ ਬਾਤਾਂ ਨੇ ਕਿ ਪ੍ਰਭੂ ਦੀ ਸਿਫਤ ਕਰਨੀ ਛੱਡ ਕੇ, ਉਹਦੇ ਚਰਨਾਂ 'ਚ ਅਰਦਾਸ ਛੱਡ ਕੇ ਜਣੇ ਖਣੇ ਦੇ ਮਗਰ ਲੱਗੀ ਜਾਣਾ, ਹਰੇਕ ਦੇ ਅੱਗੇ ਹੱਥ ਜੋੜ ਕੇ ਖੜੇ ਰਹਿਣਾ, ਮਗਰ ਮਗਰ ਤੁਰੇ ਫਿਰਨਾ ਅਤੇ ਕਿਸੇ ਦੇ ਗੁਣ ਗਾਈ ਜਾਣੇ। ਪ੍ਰਭੂ ਦੀ ਉਸਤਤੀ, ਮਹਾਰਾਜ ਦੀ ਕੀਰਤਨ ਭਗਤੀ ਦਾ ਤਿਆਗ ਕਰ ਦੇਣਾ। ਇਹੀ ਔਗਣ ਹਨ। ਜਗ ਝੂਠੇ ਕਉ ਸਾਚ ਜਾਣ ਕੈ। ਜਿਨ੍ਹਾਂ ਸਾਥ ਨਹੀਂ ਨਿਭਾਉਣਾ, ਨਾਲ ਨਾ ਤਾਂ ਆਏ ਨੇ ਅਤੇ ਨਾ ਹੀ ਨਾਲ ਜਾਣਾ ਹੈ, ਅਤੇ ਉਹਨਾਂ ਨੂੰ ਤਾਂ ਸੱਤ ਮੰਨੀ ਬੈਠੇ ਹਾਂ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਨੇ ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਇਸਤਰੀ ਵੀ ਮੇਰੀ ਹੈ, ਧੀਆਂ ਪੁੱਤਰ ਵੀ ਮੇਰੇ ਨੇ, ਘਰ ਬਾਰ ਵੀ ਮੇਰਾ, ਸਭ ਕੁਝ ਮੇਰਾ ਹੈ, ਅਤੇ ਪਰ ਇੱਕ ਰਾਮ ਹੀ ਬਗਾਨਾ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਸੁਤ ਕੰਚਨ ਸਿਉ ਹੇਤ ਵਧਾਇਆ। ਸੁਤ ਧੀਆਂ ਪੁੱਤਰਾਂ ਦੇ ਨਾਲ ਅਤੇ ਕੰਚਨ ਸੋਨੇ ਨਾਲ, ਮਾਇਆ ਤੇਲੇ ਨਾਲ, ਇਸਤਰੀ ਦੌਲਤ ਦੇ ਨਾਲ ਆਪਣਾ ਮੋਹ ਵਧਾਇਆ ਹੋਇਆ ਹੈ। ਸਭ ਕੁਛ ਆਪਣਾ ਮੰਨੀ ਬੈਠਾ। ਸੋ ਜਿਹਨੇ ਝੂਠ ਸਾਥ ਨਹੀਂ ਨਿਭਾਉਣਾ, ਨਾਲ ਨਹੀਂ ਜਾਣਾ, ਅਤੇ ਇੱਥੇ ਦੁਨੀਆ ਦੇ ਵਿੱਚ ਵੀ ਸਾਥ ਛੱਡ ਜਾਣਾ, ਉਹਨੂੰ ਸੱਤ ਮੰਨੀ ਬੈਠਾ।
ਜਿਹੜਾ ਸੱਚਾ ਪਰਮੇਸ਼ਰ ਹੈ ਉਹਨੂੰ ਜਾਣਦਾ ਨਹੀਂ ਹੈ। ਸੰਬੰਧੀ ਜਿਹੜੇ ਜਗਤ ਵਾਲੇ ਮਿੱਤਰ ਦੋਸਤ ਇਹਨਾਂ ਨੂੰ ਸਾਰੇ ਵੇਦ ਪੁਰਾਣ ਸੁਪਨੇ ਦੀ ਤਰ੍ਹਾਂ ਝੂਠਾ ਕਹਿੰਦੇ ਨੇ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਪਰ ਮੈਂ ਸੱਚਾ ਜਾਣ ਕੇ ਉਹਨਾਂ ਦੇ ਨਾਲ ਹੀ ਮਨ ਦੀ ਪ੍ਰੀਤੀ ਰੁਚੀ ਪੈਦਾ ਕਰ ਰੱਖੀ ਹੈ। ਭਾਵ ਕਿ ਤਾਂ ਸਿਉ ਰੁਚੀ ਉਪਜਾਈ, ਚਿੱਤ ਵਿੱਚ ਉਹਨਾਂ ਦੀ ਇੱਛਾ ਪੈਦਾ ਕੀਤੀ ਹੋਈ ਹੈ ਕਿ ਮੈਂ ਸਦਾ ਹੀ ਇਹਨਾਂ ਦੇ ਨਾਲ ਮਿਲਿਆ ਰਹਾ, ਮੈਂ ਸਦਾ ਹੀ ਜਿਉਂਦਾ ਰਹਾ। ਦੀਨ ਬੰਦਾ ਸਮਰਿਓ ਨਹੀਂ ਕਬਹੂ, ਸੰਬੰਧੀਆਂ ਦੀ ਤਰ੍ਹਾਂ ਗਰੀਬਾਂ ਦੀ ਰੱਖਿਆ ਕਰਨ ਵਾਲਾ ਦੀਨਾ ਬੰਧੂ ਪਰਮੇਸ਼ਰ ਦਾ ਮੈਂ ਕਦੇ ਵੀ ਸਿਮਰਨ ਨਹੀਂ ਕੀਤਾ। ਹੋਤ ਜੋ ਸੰਗ ਸਹਾਈ, ਜਿਹੜਾ ਸਾਥੀ ਭਾਵ ਅੰਗ ਸੰਗ ਹੋ ਕੇ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲਾ ਹੁੰਦਾ ਹੈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਨਿਸ ਰਾਤ ਅਤੇ ਦਿਨ ਮਾਇਆ ਇਕੱਠੀ ਕਰਨ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ। ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਰਤ ਸਸੂਕਰ ਹੈ। ਸੂਰਾ ਵਰਗੇ ਕਰਮ ਕਰਦਾ, ਇੱਧਰੋਂ ਵੀ ਲੈ ਲਿਆ ਉੱਧਰੋਂ ਵੀ ਲੈ ਲਿਆ। ਇਉਂ ਝੂਠ ਫਰੇਬ ਛਲ ਵੱਡੀ ਖੋਰੀ ਕਿਰਤ ਕਰਕੇ ਮਾਇਆ ਕਮਾਉਣੀ, ਇਹਦਾ ਕੋਈ ਲਾਮਾ ਨਹੀਂ ਹੈ। ਅਤੇ ਪਰ 2 ਨੰਬਰ ਦੀ ਕਮਾਈ ਬਾਬਤ ਲਿਖਿਆ, ਦਿਨ ਰਾਤ ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ, ਹੰਸ ਚਲੇ ਉੱਠ ਡੁੰਮਣੋ ਮਾਇਆ ਭੁੱਲੀ ਆਤ। ਇਉਂ ਮੈਂ ਦਿਨ ਰਾਤ ਇਹਦੇ ਵਿੱਚ ਮਸਤ ਰਿਹਾ। ਕਹਿ ਨਾਨਕ ਅਬ ਨਾਹਿ ਅਣਤ ਗਾਤ, ਛੁੱਟੀ ਨਾ ਮਨ ਕੀ ਕਾਈ, ਛੁੱਟੀ ਨਾ ਮਨ ਕੀ ਕਾਈ। ਕਾਈ ਉਹਨੂੰ ਕਹਿੰਦੇ ਨੇ ਜੋ ਪਾਣੀ ਦੇ ਉੱਪਰ ਬੂਰਜ ਆਇਆ ਹੁੰਦਾ ਹੈ। ਆ ਛੱਪੜਾਂ ਦੇ ਉੱਪਰ ਬਰੂਟੀ ਜਿਹੀ ਉਗੀ ਹੁੰਦੀ ਹੈ ਅਤੇ ਹਰਿਆ ਹਰਿਆ ਬੂਰ ਜਿਹਾ ਪਿਆ ਹੁੰਦਾ ਹੈ। ਕਿਉਂ ਪਾਣੀ ਦੇ ਬੂਰ ਵੱਤ ਅਵਿਦਿਆ ਰੂਪੀ ਜਿਹੜੀ ਮਹਿਲ ਸੀ ਉਹ ਸਾਡੀ ਦੂਰ ਨਾ ਹੋਈ। ਜਾਂ ਮਨ ਦੀ ਕੋਈ ਵੀ ਖੋਟੀ ਬਿਰਤੀ ਨਹੀਂ ਛੁੱਟੀ। ਜੋ ਆਤਮ ਗਿਆਨ ਰੂਪੀ ਜਲ ਉੱਤੇ ਅਵਿਦਿਆ ਦੀ ਮਲੀਨਤਾ ਦਾ ਪੜਦਾ ਪਿਆ ਸੀ ਉਹ ਸਾਡਾ ਦੂਰ ਨਾ ਹੋਇਆ। ਕਹਿ ਨਾਨਕ ਅਬ ਨਾਹਿ ਅਣਤ ਗਾਤਾ, ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਵੇਂ ਸਤਿਗੁਰੂ ਮਹਾਰਾਜ ਦੀਨ ਦਿਆਲ ਸੋ ਵੈਰਾਗ ਅਤੇ ਪਿਆਰ ਦੀ ਮੂਰਤ ਗੁਰੂ ਮਹਾਰਾਜ ਜਿਨ੍ਹਾਂ ਦੀ ਬਾਣੀ ਪੜ੍ਹਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਦਾ ਮੋਹ ਛੁੱਟ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਲਿਵ ਲੱਗਦੀ ਹੈ। ਐਸੇ ਦੀਨ ਦਿਆਲ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ ਕਿ ਮਹਾਰਾਜ ਹੁਣ ਇਸ ਕਾਲ ਦੇ ਵਿੱਚ ਹੋਰ ਕਿਸੇ ਦੀ ਵੀ ਜੁਗਤੀ ਕਰਕੇ ਮੁਕਤੀ ਨਹੀਂ ਹੋ ਸਕੀ। ਤਿਨ ਹਰਿ ਕੀ ਸਰਣਾਈ, ਇਹ ਹਰੀ ਪਰਮੇਸ਼ਰ ਤੇਰੀ ਸ਼ਰਨ ਪੈਣ ਤੋਂ ਬਿਨਾਂ ਇਸ ਕਾਲ ਦੇ ਵਿੱਚ ਹੋਰ ਕਿਸੇ ਵੀ ਜੁਗਤੀ ਕਰਕੇ ਮੁਕਤ ਨਹੀਂ ਹੋ ਸਕੀਦਾ। ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਤ ਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दृढ़ कल केवल नाम आधार। पार कैसे पाए बोरे मोसो को न कह समझाए रहाओ। ये सच्चे पातशाह तेरे नाम तो बगैर इस कलयुग के भयानक समय में कोई मुक्त नहीं है। तो सारे युगों के नाम के नाल ही मुक्ति सीगी, पर थोड़ा बहुता ਉਹਦਾ फल मिलता सी दान पुण्य जग्गा आदि करदा। पर हुण दा एक नाम बोवो बोवो अब कलू आयो रे, एक नाम बोवो बोवो अनरुत नाही नाही मत भरम भूलो भूलो। कलयुग का समा नाम जप के मुक्ति की प्राप्ति का समा है। इहदे विच महाराज कहंदे ने बिन नाम हर के मुक्त नाही, हरि दे नाम तो बगैर मुक्ति नहीं। कह नानक दास ये गल एवें नहीं आखी। अष्ट साज साज पुराण सुध 18 पुराण
ਇਹ ਅਸੀਂ ਵਿਚਾਰ ਕਰਕੇ ਗੱਲ ਤੁਹਾਨੂੰ ਕਹੀ ਹੈ। ਤੇ ਭਾਵੇਂ ਅਸ਼ਟ ਸਾਤ ਸਜ ਪੁਰਾਣ ਸੁਧ ਕਰੇ ਵੇਦ ਅਭਿਆਸ, ਕੋਈ 18 ਪੁਰਾਣ ਪੜ੍ਹ ਲਵੇ, ਕੋਈ ਵੇਦਾਂ ਦਾ ਅਭਿਆਸ ਕਰ ਲਵੇ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਹਰੀ ਦੇ ਨਾਮ ਜਪੇ ਤੋਂ ਬਗੈਰ ਮੁਕਤੀ ਨਹੀਂ ਹੈ। ਸੋਧਤ ਸੋਧਤ ਸੋਧ ਵਿਚਾਰ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਦੇ ਭਜਨ ਤੋਂ ਬਗੈਰ ਮੁਕਤ ਨਹੀਂ ਹੋ ਸਕੀਦਾ ਹੈ। ਟੋਡੀ ਬਾਣੀ ਭਗਤਾਂ ਕੀ। ਇਹ ਇੱਕ ਸ਼ਬਦ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਇਆ। ਅੱਗੇ ਹੁਣ ਟੋਡੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਇੱਕ ਓੰਕਾਰ ਵਸਤੂ ਨਿਰਦੇਸ਼ ਬੀਜ ਰੂਪ ਮੰਤਰ ਮੰਗਲ ਰੂਪ ਦੇ ਵਿੱਚ ਉਚਾਰਨ ਕਰਦੇ ਕਿ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਦੀ ਬਾਣੀ ਲਿਖਵਾ ਰਹੇ ਨੇ। ਜਦ ਭਗਤ ਨਾਮਦੇਵ ਜੀ ਪੰਡਰਪੁਰ ਤੋਂ ਕੁਝ ਚਿਰ ਦੁਆਰਕਾ ਦੇ ਵਿੱਚ ਗਏ ਸਨ, ਤਦ ਇੱਥੇ ਇੱਕ ਵਿਦੰਤੀ ਮੱਤ ਦੇ ਇੱਕ ਨਾਇਕ ਮੱਤ ਵਾਲਾ ਆਪਸ ਵਿੱਚ ਝਗੜਦੇ ਆ ਰਹੇ ਸਨ। ਜਿਹੜਾ ਵੇਦਾਂਤ ਮੱਤ ਵਾਲਾ ਇਹ ਕਹਿ ਰਿਹਾ ਸੀ ਕਿ ਪਰਮੇਸ਼ਰ ਮੇਰੇ ਨੇੜੇ ਹੈ, ਤੇ ਨਿਆਇਕ ਮੱਤ ਵਾਲਾ ਕਹਿ ਰਿਹਾ ਸੀ ਕਿ ਪਰਮੇਸ਼ਰ ਦੂਰ ਹੈ, ਭਾਵ ਕਿ ਇੱਕ ਦੇਸੀ ਹੈ, ਉਹਨੂੰ ਮਿਲਣ ਵਾਸਤੇ ਬੜੀ ਮਸ਼ੱਕਤ ਕਰਨੀ ਪੈਂਦੀ ਹੈ। ਦੋਵੇਂ ਆਪਸ ਵਿੱਚ ਝਗੜਦੇ ਹੋਏ ਭਗਤ ਨਾਮਦੇਵ ਜੀ ਦੇ ਪਾਸ ਆਏ। ਇੱਕ ਕਹੇ ਪਰਮੇਸ਼ਰ ਨੇੜੇ ਹੈ, ਦੂਜਾ ਕਹੇ ਪਰਮੇਸ਼ਰ ਦੂਰ ਹੈ, ਕਿਉਂਕਿ ਜੇ ਨੇੜੇ ਹੋਵੇ ਤੇ ਸਾਨੂੰ ਲੱਭੇ ਨਾ। ਫਰੀਦ ਬਾਬੇ ਨੇ ਵੇਖੋ 50 ਸਾਲ ਤਪ ਕੀਤਾ, ਪਤਾ ਨਹੀਂ ਮਹਾਰਾਜ ਕਿੱਥੇ ਸੀਗਾ, ਕਿੰਨੀ ਲੇਟ ਮਿਲਿਆ ਦੇਖੋ। ਤੇ ਜੇ ਦੂਰ ਹੋਵੇ ਤੇ ਧੰਨੇ ਨੂੰ 8 ਪਹਿਰਾਂ 'ਚ ਹੀ ਮਿਲ ਪਿਆ। ਉਹਨੂੰ ਚੱਲ ਕੇ ਗੁਰਦੁਆਰੇ ਵੀ ਨਹੀਂ ਆਉਣਾ ਪਿਆ, ਭਾਵੇਂ ਕਿ ਉਹਦਾ ਗੁਰੂ ਪਖੰਡੀ ਸੀਗਾ, ਪਰ ਉਹਨੇ ਨਿਸ਼ਚਾ ਕਰਕੇ ਖੂਹ 'ਤੇ ਹੀ ਕਮਾਈ ਕਰਤੀ। ਉੱਥੇ ਹੀ ਰੱਬ ਰੱਬ ਕੀਤਾ ਤੇ ਮਹਾਰਾਜ ਆਪ ਚੱਲ ਕੇ ਉੱਥੇ ਖੂਹ 'ਤੇ ਪਹੁੰਚਿਆ। ਜੇ ਦੂਰ ਹੁੰਦਾ ਇੰਨੀ ਜਲਦੀ ਕਿੱਥੋਂ ਆਉਂਦਾ। ਧੰਨੇ ਨੂੰ ਵੇਖੋ ਮਹਾਰਾਜ ਨੇ ਪ੍ਰਤੱਖ 8 ਪਹਿਰਾਂ 'ਚ ਹੀ ਦਰਸ਼ਨ ਦੇ ਦਿੱਤੇ। ਨਾਮਦੇਵ ਜੀ ਬਾਬਤ ਬਾਣੀ 'ਚ ਲਿਖਿਆ ਕਿ ਨਾਮਦੇਵ ਹਰਿ ਜਿਉ ਬਸੈ ਸੰਗ। ਨਾਮਦੇਵ ਦੇ ਨਾਲ ਹੀ ਪਰਮਾਤਮਾ ਰਹਿੰਦਾ ਸੀਗਾ। ਗੱਲਾਂ ਦੋਵੇਂ ਸਹੀ ਨੇ, ਪਰ ਗੱਲ ਸਮਝਣ ਦੀ ਹੈ। ਜਿਹੜਾ ਦੂਰ ਸਮਝਦਾ ਉਹ ਮੇਰੇ ਵਰਗੇ ਤੋਂ ਗਿਆਨੀਆਂ ਧਿਆਨੀਆਂ ਤੋਂ, ਜਿਹੜੇ ਮਨ ਦੇ ਵਿੱਚ ਮਾਣ ਕਰਦੇ, ਉਹਨਾਂ ਤੋਂ ਤਾਂ ਕੋਹਾਂ ਕੋਹ ਮਹਾਰਾਜ ਦੂਰ ਹੈ। ਅਤੇ ਜਿਹੜੇ ਭਗਤ ਸੰਤ ਰੱਬ ਦੇ ਪਿਆਰੇ ਕਮਾਈ ਵਾਲੇ ਨੇ, ਉਹਨਾਂ ਦੇ ਨੇੜੇ ਤੋਂ ਨੇੜੇ ਹੈ, ਦੂਰ ਨਾ ਹੀ ਮੇਰੋ ਪ੍ਰਭ ਪਿਆਰਾ। ਭਗਤ ਨਾਮਦੇਵ ਜੀ ਵਿਦੰਤੀ ਅਤੇ ਨਿਆਇਕ ਦੀਆਂ ਗੱਲਾਂ ਸੁਣ ਕੇ ਉਹਨਾਂ ਪ੍ਰਤੀ ਇਹ ਪਾਵਨ ਸ਼ਬਦ ਉਪਦੇਸ਼ਮਈ ਉਚਾਰਨ ਕਰ ਰਹੇ ਹਨ। ਕੋਈ ਬੋਲੇ ਨਿਰਵਾਹ। ਇਹ ਭਾਈ ਕੋਈ ਤਾਂ ਵੇਦਾਂਤ ਮਤ ਵਾਲਾ ਤੁਹਾਡੇ ਵਿੱਚੋਂ ਬੋਲਦਾ ਕਹਿੰਦਾ ਹੈ ਕਿ ਪਰਮੇਸ਼ਰ ਨੇੜੇ ਹੈ। ਇਹ ਕੇਵਲ ਪੜ੍ਹਾਈ ਹੈ। ਵੇਦਾਂਤ ਦੀ ਪੜ੍ਹਾਈ ਜਿਹੜੀ ਹੈ ਉਹ ਕਹਿੰਦੀ ਹੈ ਕਿ ਰੱਬ ਨੇੜੇ ਹੈ। ਇਹ ਕਮਾਈ ਵਾਲਿਆਂ ਦੀਆਂ ਗੱਲਾਂ ਨਹੀਂ ਹਨ। ਕੋਈ ਬੋਲੇ ਦੂਰਾ। ਤੇ ਕੋਈ ਨਿਹੰਗ ਮਤ ਵਾਲਾ ਤੁਹਾਡੇ ਵਿੱਚੋਂ ਕਹਿੰਦਾ ਹੈ ਕਿ ਪਰਮਾਤਮਾ ਦੂਰ ਹੈ, ਅਰਥਾਤ ਇਉਂ ਪਰਮੇਸ਼ਰ ਸਾਰਿਆਂ ਦਾ ਆਤਮਾ ਰੂਪ ਹੈ। ਆਪਣੇ ਤੋਂ ਭਿੰਨ ਦੂਜੀ ਚੀਜ਼ ਨੂੰ ਹੀ ਦੂਰ ਅਤੇ ਨੇੜੇ ਕਹੀਦਾ। ਜਿਵੇਂ ਅੱਖ ਦੇ ਵਿੱਚ ਸੁਰਮਾ ਪਾਇਆ ਹੋਇਆ ਨੇੜੇ ਹੁੰਦਾ, ਪਰ ਅੱਖ ਦਾ ਸੁਰਮਾ ਅੱਖ ਵਿੱਚ ਪਾਉਣ ਵਾਲੇ ਨੂੰ ਦਿਖਦਾ ਨਹੀਂ ਹੈ। ਜੇ ਕੋਈ ਕਹੇ ਕਿ ਪਰਮਾਤਮਾ ਜੇ ਹੋਵੇ ਸਾਨੂੰ ਦਿਸੇ ਨਾ, ਬੰਦਾ ਪੁੱਛੇ ਵੀ ਅੱਖ ਦਾ ਸੁਰਮਾ ਦਿਖਾਓ। ਜਿਹੜਾ ਪਰਛਾਵਾਂ ਹੈ, ਜਦ ਸੂਰਜ ਸਾਹਮਣੇ ਹੋਵੇ ਤੇ ਪਿਛਲੇ ਪਾਸੇ ਤੁਰਿਆ ਆਉਂਦਾ ਹੈ, ਬੰਦਾ ਅੱਗੇ ਤੁਰਿਆ ਜਾਂਦਾ। ਆ ਜਿਹੜੀ ਹਵਾ ਹੈ
ये सानू महसूस हो रही है, कोई दिखाए कि हवा कित्थे है।